गुरु नानक पग पंकज बंदन पग पंकज बंदन सिमरो अंगद दुख निकंदन अमरदास हृदय नित त्यागो हृदय नित श्री गुरु रामदास गुण गावो गुरु अर्जन विघ्नन के नाशक विघ्नन के श्री हर गोबिंद शुभ मत प्रकाशक श्री हर राय नमो कर जोरी नमो कर श्री हर कृष्ण मनाला वाहिगुरु परम कृपाला श्री गुरु गोबिंद सिंह विशाला तरुं तरा पर पुन पुन शीशा वाहिगुरु पुन बंदों बार बार जगदीशा जिसमें अमृत ज्ञान है मानक भगत बैराग श्री गुरु ग्रंथ साहिब उदत बंदों कर अनुराग एकंकारा सतगुरु ते प्रसाद सच होए वाहिगुरु जी की फतेह है विघ्न विनाशन वाहिगुरु जी की फतेह है विघ्न विनाशन सतनाम श्री वाहिगुरु साहिब जी। बाल बैसे आपन पर को आन लाभ न जाने कर को जुगो जुग अटल शब्द गुरु शबर छत्र तख्त दे मालक धन साहिब श्री गुरु ग्रंथ साहिब महाराज तिन्हां दी बरकतमई पावन हजूरी अंदर संध्या वक्त तो सजे पावन दीवान तिन्हां दियां हाज़रियां भर रहे गुरु सवारे गुरु प्यारे सतसंगी जनों वडभागे हो सतगुरां दी पावन हजूरी अंदर बैठ के शुभ गुणां दी प्राप्ति करन दा सुभाग आप सरबत साध संगत नूं गुरु द्वारा बख्शिश हो रहा है। चल रही लड़ीवार श्री गुरप्रताप सूरज ग्रंथ तिस दी मुबारक कथा जिस विच धन गुरु नानक पातशाह महाराज जी दियां बाल लीलावां तिन्हां नूं आप बड़े प्यार नाल सरवण कर रहे हो। आओ जिवें कल दे दीवाना विच आप जी ने सरवण कीता कि माता तृप्ता जी अपने बालक नूं भाव गुरु नानक पातशाह महाराज जी नूं रोस विच आके गुस्से विच आके झिड़कदी भी है डड्डा भी दिखाउंदी है कि जो वस्तुआं तुसीं बाहर लैके जांदे हो दोबारा इत्थे परत के आउंदियां ही नहीं। ते इहो जे मानो कि बचन कह के
ਬਾਅਦ ਦੇ ਵਿੱਚ ਫਿਰ ਜਿਹੜਾ ਹੈ ਮੋਹ ਵਸ ਹੋ ਕੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਲਾਡ ਵੀ ਲਡਾਉਂਦੇ ਨੇ। ਤੇ ਆਓ ਅੱਗੇ ਕਿਵੇਂ ਬਾਬਾ ਮਹਿਤਾ ਕਾਲੂ ਜੀ ਹੁਣ ਪੰਡਿਤ ਕੋਲ ਜਾਂਦੇ ਨੇ ਤੇ ਉਹਨੂੰ ਫਿਰ ਜਾ ਕੇ ਕੁਝ ਗੱਲਾਂ ਕਹਿੰਦੇ ਨੇ ਕਿ ਜੋ ਤੁਸੀਂ ਕਿਹਾ ਸੀ ਉਹ ਤੇ ਸਭ ਗਲਤ ਹੈ, ਇਹਨਾਂ ਦੇ ਅੰਦਰ ਤੇ ਕੋਈ ਵੀ ਗੁਣ ਸਾਨੂੰ ਜਿਹੜਾ ਹੈ ਨਜ਼ਰ ਨਹੀਂ ਆਉਂਦਾ। ਭਾਵ ਜਿਹੜਾ ਹੈ ਜੋ ਚੰਚਲਤਾਈ ਕਹਿ ਲਓ, ਗੁਰੂ ਸਾਹਿਬ ਜੀ ਜੋ ਬਖਸ਼ਿਸ਼ਾਂ ਕਰਦੇ ਨੇ, ਆਪਾਂ ਕੱਲ੍ਹ ਵੀ ਸਮਝਿਆ ਸੀ ਕਿ 5 ਸਾਲ ਦੀ ਉਮਰ ਹੈ ਤੇ ਸਤਿਗੁਰੂ ਜੀ ਘਰੋਂ ਜੋ ਵਸਤੂ ਲੈ ਕੇ ਜਾਂਦੇ ਨੇ ਉੱਥੇ ਸੁੱਟਦੇ ਨੇ ਜਿੱਥੇ ਕੋਈ ਲੋੜਵੰਦ ਹੋਵੇ, ਜਿੱਥੇ ਕੋਈ ਗਰੀਬੜਾ ਹੋਵੇ। ਜੇਕਰ ਕਿਸੇ ਮਨੁੱਖ ਨੂੰ ਜਾਂ ਕਿਸੇ ਗਰੀਬ ਨੂੰ ਕੋਈ ਵਸਤੂ ਚਾਹੀਦੀ ਹੈ, ਗੁਰੂ ਜਾਣੀ ਜਾਣ ਹੈ, ਮਾਲਕ ਉਹ ਵਸਤੂ ਉੱਥੇ ਸੁੱਟਦੇ ਨੇ ਜਾ ਕੇ, ਤਾਂ ਜੋ ਉਹਨੂੰ ਪ੍ਰਾਪਤ ਹੋ ਜਾਵੇ। ਸੋ ਆਓ ਇਹ ਬਾਲ ਲੀਲਾਵਾਂ ਆਪਾਂ ਸਤਿਗੁਰੂ ਵਾਲਾ ਪ੍ਰੀਤਮ ਦੀਆਂ ਸਰਵਣ ਕਰ ਰਹੇ ਹਾਂ। ਅਗਲੇਰੇ ਦੀਵਾਨਾਂ ਵਿੱਚ ਜਿਵੇਂ ਸਤਿਗੁਰੂ ਜੀ ਕਿਰਪਾ ਕਰਨ, ਅਸੀਸ ਬਖਸ਼ੋ, ਰਸਨਾ ਕਰੋ ਪਵਿੱਤਰ, ਪਿਆਰ ਸਹਿਤ ਉਚਾਰਨ ਕਰੋ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਬਾਲ ਬੈਸੇ ਆਪਨ ਪਰ ਕੋ, ਆਨ ਲਾਭ ਨ ਜਾਣੇ ਕਰ ਕੋ। ਇਹ ਹਾਲੇ ਬਾਲਕ ਹੈ। ਭਾਵ ਪਹਿਲਾਂ ਝਿੜਕ ਲਿਆ, ਪਹਿਲਾਂ ਜਿਹੜਾ ਹੈ ਬਹੁਤ ਕੁਝ ਸੁਣਾ ਵੀ ਦਿੱਤਾ। ਫਿਰ ਚਾਚਾ ਲਾਲੂ ਜੀ ਆਏ ਨੇ, ਉਹਨਾਂ ਨੇ ਜਦੋਂ ਛਡਾਇਆ ਹੈ ਤੇ ਬਾਅਦ ਦੇ ਵਿੱਚ ਲਾਡ ਲਡਾ ਕੇ ਫਿਰ ਕਹਿੰਦੇ ਨੇ ਚਲੋ ਇਹ ਤਾਂ ਬਾਲਕ ਹੈ ਤੇ ਬੱਚਾ ਹੈ, ਕੋਈ ਚੰਗੇ ਮਾੜੇ ਦੀ ਪਰਖ ਨਹੀਂ ਹੈ, ਆਪਣਾ ਕੀ ਹੈ ਪਰਾਇਆ ਕੀ ਹੈ ਇਹ ਹਾਲੇ ਇਹਨਾਂ ਨੂੰ ਪਤਾ ਨਹੀਂ ਹੈ। ਇਹ ਮਾਤਾ ਜੀ ਕਹਿ ਰਹੇ ਨੇ, ਕਿਉਂਕਿ ਉਹਨਾਂ ਵੱਲੋਂ ਕਹਿ ਲਓ ਕਿ ਉਹਨਾਂ ਪੱਖੋਂ ਜਿਹੜਾ ਹੈ ਇਹ ਸਾਡਾ ਬਾਲਕ ਹੀ ਹੈ, ਬੱਚਾ ਹੀ ਹੈ। ਇਸ ਲਈ ਇਹੋ ਜਿਹੀਆਂ ਗੱਲਾਂ ਬਾਤਾਂ ਕਰਦੇ ਹਨ। ਵੱਡੋ ਹੋਏ ਸਮਝੈ ਸਭ ਰੀਤੀ, ਅਬ ਡਰ ਪਾਵਨ ਕੀ ਨੈ ਨੀਤੀ। ਜਦੋਂ ਵੱਡਾ ਹੋ ਜਾਵੇਗਾ ਤੇ ਉਦੋਂ ਜਿਹੜਾ ਹੈ ਰਹੁ ਰੀਤੀਆਂ ਰਸਮਾਂ ਸਭ ਸਮਝ ਜਾਵੇਗਾ। ਹੁਣ ਡਰਾਉਣ ਦੀ ਕੋਈ ਲੋੜ ਨਹੀਂ ਹੈ। ਪੁਰ ਵਿਚਾਰ ਕਰੇ ਬਿਦ ਮਾਤਾ, ਤਜਿਓ ਅੰਕ ਤੇ ਹਿਤ ਕਰ ਤਾਤਾ। ਮਾਤਾ ਜੀ ਨੇ ਇਸ ਤਰ੍ਹਾਂ ਦਿਲ ਵਿੱਚ ਵਿਚਾਰ ਕਰਕੇ ਪੁੱਤਰ ਨੂੰ ਪਿਆਰ ਕਰਕੇ ਗੋਦੀ ਦੇ ਵਿੱਚੋਂ ਉਠਾ ਦਿੱਤਾ ਹੈ। ਖੇਲਨ ਲਗੇ ਬਾਲਕਨ ਮਾਹੀ, ਜੇ ਕੇ ਦਰਸ਼ਨ ਦੋਖ ਨਮ ਸਾਹੀ। ਇਸ ਪ੍ਰਕਾਰ ਬਾਲਾ ਪ੍ਰੀਤਮ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਮਾਤਾ ਜੀ ਦੀ ਗੋਦ ਦੇ ਵਿੱਚੋਂ ਉੱਠ ਕੇ ਬਾਲਾਂ ਦੇ ਨਾਲ, ਬੱਚਿਆਂ ਦੇ ਨਾਲ ਹੁਣ ਖੇਡਣ ਲੱਗ ਪਏ ਨੇ। ਗੁਰੂ ਸਾਹਿਬ ਜੀ ਦੇ ਦਰਸ਼ਨ ਕਰਕੇ ਸਾਰੇ ਦੁੱਖ ਨਾਸ਼ ਹੋ ਜਾਂਦੇ ਹਨ। ਦੋਇਰਾ ਕਾਲੂ ਲਛਨ ਦੇਖ ਅਸ ਦ્વੈਗ ਵਾਕ ਸੰਭਾਰ, ਗਿਨਤ ਗਟੀ ਉਰ ਅਟਪਟੀ, ਤੇ ਕੇ ਗਇਓ ਅਗਾਰ। ਬਾਬਾ ਮਹਿਤਾ ਕਾਲੂ ਜੀ ਜਦੋਂ ਅਜਿਹੇ ਲੱਛਣ ਵੇਖਦੇ ਨੇ ਨਾ, ਤੇ ਇਸ ਬਾਰੇ ਹੁਣ ਜਿਹੜਾ ਹੈ ਜਿਨ੍ਹਾਂ ਨੇ ਗਿਣਤੀ ਮਿਣਤੀ ਕੀਤੀ ਸੀ ਜੋਤਸ਼ੀ ਕੋਲ ਗਏ ਤੇ ਮਨ ਦੇ ਵਿੱਚ ਜਿਹੜਾ ਹੁਣ ਇਹ ਮਾਨੋ ਕਿ ਗਿਣਤੀਆਂ ਮਿਣਤੀਆਂ ਕਰਦੇ ਹੋਏ ਬਾਬਾ ਮਹਿਤਾ ਕਾਲੂ ਜੀ ਉਸ ਜੋਤਸ਼ੀ ਦੇ ਘਰ ਪਹੁੰਚੇ ਹਨ। ਜੋ ਪਈ ਦਿਜ ਕੋ ਦੇਖ ਬਦਨ ਤੇ ਬੋਲਿਓ, ਪਲੋ ਆਪਨੇ ਜੋਤਿਸ਼ ਟੋਲਿਓ। ਅਸਲ ਦੇ ਵਿੱਚ ਬ੍ਰਾਹਮਣ ਜੀ ਨੂੰ ਵੇਖ ਕੇ ਬਾਬਾ ਮਹਿਤਾ ਕਾਲੂ ਜੀ ਬੋਲੇ ਨੇ, ਤੁਸੀਂ ਤੇ ਬਹੁਤ ਵਧੀਆ ਜੋਤਿਸ਼ ਲਾਇਆ। ਅਸਲ ਦੇ ਵਿੱਚ ਜੋ ਤੁਸੀਂ ਕਿਹਾ ਹੈ ਉਹ ਤੋਂ ਸਭ ਉਲਟ ਹੋ ਰਿਹਾ ਹੈ। ਤੁਮਰੋ ਕਹੋ ਨ ਪੁਰ ਪਾਏ ਕੋ, ਵਰਣਨ ਕੀਨੇ ਗੁਣ ਜੋ ਅਨੇਕ। ਤੁਹਾਡੀ ਕਹੀ ਹੋਈ ਇੱਕ ਵੀ ਗੱਲ ਸੱਚੀ ਨਹੀਂ ਹੋ ਰਹੀ, ਤੇ ਇਸ ਲਈ ਜਿਹੜਾ ਹੈ ਤੁਸੀਂ ਤਾਂ ਮੇਰੇ ਪੁੱਤਰ ਦੇ ਅਨੇਕਾਂ ਹੀ ਗੁਣ ਜਿਹੜੇ ਗਿਣਾ ਦਿੱਤੇ ਸੀ, ਪਰ ਜੋ ਤੁਸੀਂ ਗੱਲਾਂ ਕਹੀਆਂ ਉਹ ਸਾਰੀਆਂ ਉਲਟ ਹਨ। ਕੇ ਲਛਨ ਤੇ ਮੈਂ ਜਾਣੀ, ਤਨ ਹਾਨੀ ਹੋਏ ਮਨ ਅਨੁਮਾਨੀ। ਉਸ ਦੇ ਲੱਛਣ ਵੇਖ ਕੇ ਮੈਂ ਸਮਝ ਗਿਆ ਹਾਂ ਕਿ ਧਨ ਦੀ ਬਹੁਤ ਹਾਨੀ ਹੋਵੇਗੀ, ਤੇ ਮੈਂ ਇਹੋ ਹੀ ਅਨੁਮਾਨ ਲਾਇਆ ਹੈ
ਕਿ ਮੈਨੂੰ ਕੋਈ ਲਾਭ ਨਹੀਂ ਹੋਣ ਵਾਲਾ, ਜੋ ਤੁਸੀਂ ਕਿਹਾ ਸੀ ਉਹ ਗਲਤ ਮੈਨੂੰ ਲੱਗਦਾ ਹੈ। ਭਲੋ ਛਤਰ ਮੁਝ ਤਾਮ ਫਿਰਾਇਓ, ਅਗਲੀ ਦੀਨੀ ਵਾਸਤ ਗਵਾਇਓ। ਪੰਡਤ ਜੀ, ਮੇਰੇ ਘਰ ਦੇ ਉੱਤੇ ਤੁਸੀਂ ਬੜਾ ਸੁੰਦਰ ਛਤਰ ਚਲਾ ਦਿੱਤਾ ਹੈ। ਭਾਵ ਖਰੀਆਂ ਖੋਟੀਆਂ ਸੁਣਾ ਰਹੇ ਨੇ, ਗੁੱਸੇ ਦੇ ਵਿੱਚ, ਰੋਸ ਵਿੱਚ ਆ ਕੇ ਕਿ ਬੱਚਾ ਮੇਰਾ ਕੀ ਕਰ ਰਿਹਾ, ਘਰੋਂ ਚੀਜ਼ਾਂ ਲਿਜਾ ਕੇ ਤੇ ਬਾਹਰ ਗਵਾ ਦਿੰਦਾ ਹੈ, ਕਿਤੇ ਸੁੱਟ ਦਿੰਦਾ ਹੈ। ਇਸ ਕਰਕੇ ਬਾਬਾ ਮਹਿਤਾ ਕਾਲੂ ਜੀ ਕਹਿੰਦੇ ਉਹ ਤਾਂ ਘਰ ਵਿੱਚ ਪਈਆਂ ਹੋਈਆਂ ਪਹਿਲੀਆਂ ਵਸਤੂਆਂ ਵੀ ਗਵਾ ਜਾਂਦਾ ਹੈ ਤੇ ਅਗਾਂਹ ਕੀ ਲਿਆਏਗਾ। ਇਸ ਲਈ ਪੰਡਤ ਜੀ, ਸਾਡੇ ਗ੍ਰਹਿ ਵਿਖੇ ਤੁਸੀਂ ਬਹੁਤ ਸੁੰਦਰ ਛਤਰ ਚਲਾਇਆ ਹੈ। ਜੋ ਲੈਵੈ ਸੋ ਜਾਏ ਗਵਾਵੈ, ਬੂਝੈ ਜੇ ਨੈ ਕਛੂ ਬਤਾਵੈ। ਜੋ ਕੁਝ ਵੀ ਲੈ ਕੇ ਜਾਂਦੇ ਨੇ ਨਾ ਬਾਲਾ ਪ੍ਰੀਤਮ, ਤੇ ਉਹ ਸਭ ਕੁਝ ਜਿਹੜਾ ਹੈ ਗਵਾ ਕੇ ਆਉਂਦੇ ਨੇ, ਬਾਹਰ ਸੁੱਟ ਕੇ ਆਉਂਦੇ ਨੇ। ਤੇ ਜਦੋਂ ਅਸੀਂ ਪੁੱਛਦੇ ਹਾਂ ਤੇ ਬਾਬਾ ਮਹਿਤਾ ਕਾਲੂ ਜੀ ਕਹਿੰਦੇ ਫਿਰ ਅੱਗਿਓਂ ਸਾਡਾ ਬਾਲ ਕੁਝ ਦੱਸਦਾ ਹੀ ਨਹੀਂ। ਪੰਡਤ ਜੀ ਦੱਸੋ ਹੁਣ ਤੁਹਾਡੀ ਜੋਤਿਸ਼ ਵਿਦਿਆ ਕੀ ਕਹਿੰਦੀ ਹੈ? ਗਨ ਨਾ ਗਿਨੀ ਗੁਨੀ ਨਿਰਗੁਨੀ, ਤੁਮ ਗੁਣਵਾਨ ਪਨੀ ਅਨਬਨੀ। ਤੁਸੀਂ ਜੋ ਗੁਣਾਂ ਵਾਲੀ ਗਿਣਤੀ ਗਿਣੀ ਸੀ ਨਾ, ਉਸ ਨੂੰ ਵਿਚਾਰੀਏ ਆਪਾਂ, ਤੇ ਅਸਲ ਦੇ ਵਿੱਚ ਜਿਹੜਾ ਹੈ ਉਹ ਸਾਰੇ ਗੁਣਾਂ ਰਹਿਤ ਹੈ। ਮੈਨੂੰ ਤੇ ਕੋਈ ਗੁਣ ਜਿਹੜਾ ਦਿਖਦਾ ਨਹੀਂ ਹਾਲੇ। ਆਰਬਲਾ ਜਿਹੜਾ ਹੈ ਹੁਣ ਵੱਡੀ ਹੋ ਗਈ, ਕੋਈ ਛੋਟੇ ਨਹੀਂ ਆ, 5 ਸਾਲ ਤੋਂ ਤਾਂ ਹੋ ਗਏ ਨੇ, ਪਰ ਕੋਈ ਵੀ ਗੁਣ ਇਹੋ ਜਿਹਾ ਜਿਹੜਾ ਹੈ ਨਾ ਝਲਕਿਆ ਨਹੀਂ ਮੈਨੂੰ। ਜਿਸ ਕਰਕੇ ਤੁਸੀਂ ਜੋ ਕਿਹਾ ਸੀ ਉਹ ਸਭ ਉਲਟ ਹੈ। ਦੋਇਰਾ ਮਨ ਹਰਿ ਖਾਵਨ ਕੇ ਨਮਿਤ, ਮੁਝ ਸੋ ਕਿਦੋ ਸੁਨਾਏ। ਗਨ ਨਾ ਕਰਤੇ ਚੁਕ ਗਏ, ਕਿਦੋ ਨਾ ਜਾਣਿਓ ਜਾਏ। ਮਹਿਤਾ ਕਾਲੂ ਜੀ ਕਹਿੰਦੇ ਹੋ ਸਕਦਾ ਹੈ ਕਿ ਤੁਸੀਂ ਮੈਨੂੰ ਖੁਸ਼ ਕਰਨ ਵਾਸਤੇ ਇਹੋ ਜਿਹਾ ਕੁਝ ਬੋਲ ਦਿੱਤਾ ਹੋਵੇ ਮੇਰੇ ਪੁੱਤਰ ਬਾਰੇ, ਤੇ ਅਸਲ ਦੇ ਵਿੱਚ ਮਨ ਹਰਖਾਵਨ ਕੇ ਨਮਿਤ, ਮੁਝ ਸੋ ਕਿਦੋਂ ਸੁਨਾਏ। ਗਨ ਨਾ ਕਰਤੇ ਚੁੱਕ ਗਏ, ਕਿਦੋਂ ਨਾ ਜਾਣਿਓ ਜਾਏ। ਕਿਤੇ ਤੁਸੀਂ ਗਿਣਤੀ ਕਰਦੇ ਹੋਏ ਭੁੱਲ ਤੇ ਨਹੀਂ ਗਏ? ਦੇਖੋ ਹਾਂ ਥੋੜਾ, ਜੋ ਤੁਸੀਂ ਸਮਝਾਇਆ ਸੀ ਉਹ ਅਸਲ ਦੇ ਵਿੱਚ ਸਮਝ ਤੋਂ ਪਰੇ ਹੈ। ਇਸੇ ਲਈ ਮੈਂ ਹੁਣ ਅੱਜ ਤੁਹਾਡੇ ਕੋਲ ਆਇਆ ਹਾਂ। ਜੋ ਪਈ ਸੁਨ ਕਰ ਦਿਜ ਬਰ ਕਾਲੂ ਬਾਣੀ, ਹੁਤੀ ਅਸ਼ਰਦਾ ਮੈਂ ਲਪਟਾਨੀ। ਬਾਬਾ ਮਹਿਤਾ ਕਾਲੂ ਜੀ ਦੀ ਅਸ਼ਰਦਾ ਭਰਪੂਰ ਜਿਹੜੀ ਹੈ ਨਾ ਬੋਲ ਬਾਣੀ ਸੁਣ ਕੇ ਪੰਡਿਤ ਹਰਦਿਆਲ ਬੋਲੇ ਹਨ, ਤਿਸ ਉਰ ਸ਼ਰਦਾ ਦੇਵਨ ਹੇਤੂ, ਬੋਲਿਓ ਬਚਨ ਵਿਪਰ ਕੁਲ ਕੇ ਤੂੰ। ਅਸਲ ਦੇ ਵਿੱਚ ਜਿਹੜਾ ਹੈ ਇਸ ਦੇ ਹਿਰਦੇ ਵਿੱਚ ਸ਼ਰਧਾ ਲਿਆਉਣ ਵਾਸਤੇ ਫਿਰ ਪੰਡਤ ਜੀ ਬੋਲੇ ਹਨ, ਇਕ ਲੱਛਣ ਮੈਂ ਤਬ ਹੀ ਹੀਰਾ, ਕਰੋ ਨ ਸੋ ਪਿਕ ਆਨੰਦ ਤੇਰਾ। ਇੱਕ ਲੱਛਣ ਜਿਹੜਾ ਹੈ ਪੰਡਤ ਜੀ ਕਹਿੰਦੇ ਮੈਂ ਉਸ ਵੇਲੇ ਹੀ ਵੇਖ ਲਿਆ ਸੀ, ਪਰ ਤੁਹਾਡੇ ਸੁਖ ਆਨੰਦ ਨੂੰ ਵੇਖ ਕੇ ਮੈਂ ਉਹ ਕਹਿ ਨਹੀਂ ਸਕਿਆ। ਮੈਂ ਉਹ ਚੀਜ਼ ਜਿਹੜਾ ਕਹਿ ਨਹੀਂ ਸਕਿਆ ਕਿਉਂਕਿ ਤੁਸੀਂ ਉਸ ਸਮੇਂ ਬੜੇ ਖੁਸ਼ ਹੋ, ਬੜੇ ਆਨੰਦ ਵਿੱਚ ਸੀ, ਤੇ ਇਹ ਲੱਛਣ ਮੈਂ ਜਿਹੜਾ ਹੈ ਕਹਿ ਨਹੀਂ ਸਕਿਆ। ਪ੍ਰਗਟ ਪਇਓ ਮੈਂ ਸੋ ਅਬ ਜਾਣਿਓ, ਜੋ ਤੋ ਸੋ ਨੈ ਤਬੇ ਬਖਾਨਿਓ। ਹੁਣ ਤੇ ਚਲੋ ਪ੍ਰਗਟ ਹੋ ਗਿਆ, ਜੋ ਮੈਂ ਉਸ ਸਮੇਂ ਨਹੀਂ ਸੀ ਦੱਸਿਆ ਹੁਣ ਤੁਹਾਡੇ ਸਾਹਮਣੇ ਹੈ। ਬਾਲਕ ਕੇ ਸੰਬੰਧੀ ਜੇਤੇ, ਮੈਂ ਮਾਲਕ ਨ ਸਕਹਿੰਗ ਤੇਤੇ। ਇਸ ਕਰਕੇ ਧਿਆਨ ਦੇ ਨਾਲ ਸੁਣੋ ਇਹ ਗੱਲ, ਮੈਂ ਫੇਰ ਇਹ ਗੱਲ ਕਹਿ ਰਿਹਾ ਕਿ ਬਾਲਕ ਦੇ ਜਿਤਨੇ ਵੀ ਸਕੇ ਸੰਬੰਧੀ ਨੇ ਨਾ, ਉਹ ਉਸ ਦੀ ਮਹਿਮਾ ਨੂੰ ਜਿਹੜਾ ਹੈ ਜਾਣ ਨਹੀਂ ਸਕਣਗੇ। ਬੜਾ ਪ੍ਰਤਾਪੀ ਹੋਵੇਗਾ। ਆਵਰਿ ਅਨੇਕ ਮਨੁਜ ਵਰਸਾਵ ਹੈ, ਕੋ ਇੱਕ ਸੰਬੰਧੀ ਸੁਖ ਪਾਵ ਹੈ। ਚਲੋ ਤੁਸੀਂ ਕਹਿੰਦੇ ਜੋ ਸਾਡੀ ਹਾਨੀ ਹੋਏਗੀ ਨਾ, ਸਾਡੀ ਹਾਨੀ ਹੋ ਰਹੀ ਹੈ, ਪਰ ਚੇਤੇ ਰੱਖਿਓ ਹੋਰ ਅਨੇਕਾਂ ਲੋਕਾਂ ਦਾ ਉਹ ਲਾਭ ਕਰੇਗਾ। ਭਾਵ ਗੁਰੂ ਸਾਹਿਬ ਜੀ ਦੇ ਪ੍ਰਥਾ ਹੈ, ਕੋਈ ਇੱਕ ਅੱਧਾ ਸੰਬੰਧੀ ਹੀ ਜਿਹੜਾ ਅਸਲ ਦੇ ਵਿੱਚ ਸੁਖ ਪਾਵੇਗਾ। ਹੋਏ ਤਰੁਣ ਜਬ ਬਧੇ ਪ੍ਰਤਾਪਾ, ਜਿਉ ਬਾਵਨ ਤ੍ਰੈ ਲੋਕਨ ਮਾਪਾ। ਇਸ ਪ੍ਰਕਾਰ ਗੁਰੂ ਸਾਹਿਬ ਜੀ ਜਦੋਂ ਜਵਾਨ ਹੋਣਗੇ ਨਾ, ਤਰਨ ਅਵਸਥਾ ਵਿੱਚ ਆਉਣਗੇ, ਬਹੁਤ ਵੱਡੇ ਪ੍ਰਤਾਪ ਵਾਲੇ ਹੋਣਗੇ। ਉਹ ਤੇ ਮੰਨੋ ਕਿ ਤਿੰਨਾਂ ਲੋਕਾਂ ਦੇ ਵਿੱਚ ਜਾਣੇ ਜਾਣਗੇ, ਜਿਵੇਂ ਕਿ
ਅਸਲ ਦੇ ਵਿੱਚ 52 ਅਵਤਾਰ ਨੇ ਬੌਣਾ ਰੂਪ ਧਾਰਨ ਕਰਕੇ ਸੰਪੂਰਨ ਸ੍ਰਿਸ਼ਟੀ ਨਾਪੀ ਸੀ। ਗੁਰੂ ਸਾਹਿਬ ਜੀ ਦਾ ਪ੍ਰਤਾਪ ਇਸ ਪ੍ਰਕਾਰ ਦਾ ਹੋਵੇਗਾ ਕਿ ਸੰਪੂਰਨ ਸ੍ਰਿਸ਼ਟੀ ਜਿਹੜਾ ਹੈ ਇਹਨਾਂ ਨੂੰ ਪੂਜੇਗੀ। ਪੀਰ ਮੀਰ ਮਾਨੇਂਗੇ ਆਨਾ ਜੋ ਕੋ ਕਲ ਮਥੁਰਾ ਭਗਵਾਨਾ। ਕਹਿੰਦੇ ਮਥੁਰਾ ਦੇ ਵਿੱਚ ਸ਼੍ਰੀ ਕ੍ਰਿਸ਼ਨ ਜੀ ਨੂੰ ਬੜਾ ਮੰਨਿਆ ਜਾਂਦਾ ਹੈ ਮਥੁਰਾ ਵਿੱਚ, ਪਰ ਤੁਹਾਡੇ ਬਾਲਕ ਨੂੰ ਸੰਪੂਰਨ ਸ੍ਰਿਸ਼ਟੀ ਪੂਜੇਗੀ। ਹਰ ਪਾਸੇ ਇਹਨਾਂ ਦੀ ਜੈ ਜੈਕਾਰ ਹੋਵੇਗੀ। ਰਾਮਚੰਦ ਸੇ ਗੁਣੀਨ ਮਾਹੀ ਬ੍ਰਿਧ ਹੋਏ ਤਬ ਲਿਓ ਪਤ ਆਈ। ਇਸ ਕਰਕੇ ਜਿਹੜਾ ਹੈ ਸਾਰੇ ਸਾਨੂੰ ਪਤਾ ਹੈ ਸਾਰੇ ਲੱਛਣ ਜਿਹੜੇ ਨੇ ਗੁਣ ਜਿਹੜੇ ਨੇ ਇਹਨਾਂ ਦੇ ਅੰਦਰ ਨੇ। ਮਾਨੋ ਕਿ ਜਿਹੜਾ ਹੈ ਵੱਡੇ ਹੋਣਗੇ ਤੇ ਪਰਖ ਕੇ ਤੁਸੀਂ ਵੇਖ ਲੈਣਾ। ਤੇ ਜਿਵੇਂ ਮੈਂ ਇਹ ਕਹਿਣਾ ਹੈ ਕਿ ਜਿਹਨੂੰ ਅਸੀਂ ਪੂਜਦੇ ਹਾਂ ਜਾਂ ਫਿਰ ਜਿਨ੍ਹਾਂ ਤੇ ਅਸੀਂ ਵਿਸ਼ਵਾਸ ਰੱਖਦੇ ਹਾਂ, ਰਾਮਚੰਦ ਸੇ ਗੁਣ ਇਨ ਮਾਹੀ, ਮੈਂ ਕਹਾਂਗਾ ਪੰਡਤ ਜੀ ਕਹਿੰਦੇ ਨੇ, ਮੈਂ ਕਹਿਣਾ ਹਾਂ ਰਾਮਚੰਦਰ ਤੋਂ ਵਧੇਕ ਜਿਹੜੇ ਗੁਣ ਇਹਨਾਂ ਦੇ ਅੰਦਰ ਹਨ। ਹੋਏ ਅਚਾਰਜ ਵਿਆਸ ਸਮਾਨੇ ਮਾਨਵ ਤਨ ਜੇ ਮਨ ਕਰ ਮਾਨੈ। ਵੇਦ ਵਿਆਸ ਵਾਂਗ ਵੱਡੇ ਜਿਹੜਾ ਮੰਨੋ ਕਿ ਗਿਆਨਵਾਨ ਹੋਣਗੇ। ਤੇ ਇਸ ਪ੍ਰਕਾਰ ਕਵੀ ਜੀ ਨੇ ਉਹ ਜਿਹੜਾ ਹੈ ਮਾਨੋ ਕਿ ਉਹਨਾਂ ਲੋਕਾਂ ਦੀ ਉਦਾਹਰਣ ਲਈ ਹੈ ਤੇ ਇੱਥੇ ਸਮਝਾਉਣਾ ਕਰ ਰਹੇ ਨੇ ਕਿ ਗੁਰੂ ਸਾਹਿਬ ਜੀ ਦਾ ਪ੍ਰਤਾਪ ਜਿਹੜਾ ਹੈ ਮਾਨੋ ਕਿ ਇਹਨਾਂ ਦਾ ਤੇ ਮਾਨੋ ਕਿ ਇੱਕ ਸਥਾਨ ਜਾਂ ਦੋ ਸਥਾਨਾਂ ਤੇ ਹੋਏਗਾ ਜਾਂ ਇੱਕ ਕਿਸੇ ਕੌਮ ਦੇ ਵਿੱਚ ਹੋਏਗਾ, ਪਰ ਗੁਰੂ ਸਾਹਿਬ ਜੀ ਦਾ ਜਿਹੜਾ ਪ੍ਰਤਾਪ ਹੈ ਉਹ ਹਰ ਇੱਕ ਕਿਤੇ ਵਿੱਚ, ਹਰ ਇੱਕ ਸ੍ਰਿਸ਼ਟੀ ਦੇ ਕੋਨੇ ਵਿੱਚ ਹੋਵੇਗਾ। ਗੋਇਰਾ ਸੁਤ ਪਰਿਸਰ ਗੌਰ ਕਰੋ ਦਰਬ ਪ੍ਰੀਤ ਹਰ ਕੂਰ ਪਰਮ ਰੂਪ ਪਰਮਾਤਮਾ ਚਿੰਦਮ ਚਰਤ ਚਰਾਚਰ ਮੂਰ। ਇਸ ਕਰਕੇ ਬਾਬਾ ਮਹਿਤਾ ਕਾਲੂ ਜੀ ਆਪਣੇ ਪੁੱਤਰ ਦੇ ਪ੍ਰਤੀ ਸ਼ਰਧਾ ਲੈ ਕੇ ਆਓ ਆਪਣੇ ਮਨ ਦੇ ਵਿੱਚ। ਅਸਲ ਦੇ ਵਿੱਚ ਧਨ ਦੀ ਪ੍ਰੀਤ ਜਿਹੜੀ ਹੈ ਨਾ, ਇਹਨੂੰ ਤਿਆਗ ਦਿਓ, ਛੱਡ ਦਿਓ, ਇਹ ਝੂਠੀ ਹੈ। ਪਰਮ ਰੂਪ ਪਰਮਾਤਮਾ ਅਸਲ ਦੇ ਵਿੱਚ ਜੋ ਚੇਤਨ ਹੈ, ਜੋ ਜੜ ਹੈ, ਜੋ ਮੁੱਢ ਹੈ, ਉਹਦੇ ਵਿੱਚ ਆਪਣੀ ਸੁਰਤ ਜੋੜੋ ਤੇ ਤੁਹਾਡੇ ਬਾਲਕ ਵਿੱਚ ਹੀ ਤੁਹਾਨੂੰ ਪਰਮੇਸ਼ਰ ਦਿਖੇਗਾ। ਇਸ ਪ੍ਰਦ ਵਿਪਰੈ ਕੀ ਬਰਬਾਨੀ ਮੁਖ ਬਲ ਆਸੂ ਕਵੀ ਕਾਜਿਵ ਮਾਨੀ। ਇਸ ਪ੍ਰਕਾਰ ਬਾਬਾ ਮਹਿਤਾ ਕਾਲੂ ਜੀ ਜਦੋਂ ਅਸਲ ਦੇ ਵਿੱਚ ਪੰਡਤ ਜੀ ਦੀ ਗੱਲ ਸੁਣੀ ਹੈ, ਚੰਗੀ ਲੱਗੀ, ਫਿਰ ਉਹਨਾਂ ਨੇ ਮੰਨਣਾ ਕੀਤਾ ਹੈ। ਅਰਣਵ ਆਮੀ ਕੀਰਤੀ ਦਿਆਲਾ ਦਿਜ ਕੀ ਔਕਤ ਸੁਮੁਕਤ ਨਮਾਲਾ। ਅਸਲ ਦੇ ਵਿੱਚ ਜਿਹੜਾ ਹੈ ਹੁਣ ਸ਼ੁਭ ਜਿਹੜੇ ਬਚਨ ਨੇ ਬ੍ਰਾਹਮਣ ਜੀ ਨੇ ਜਦੋਂ ਬੋਲੇ ਨੇ, ਪੰਡਿਤ ਹਰਦਿਆਲ ਨੇ ਬੋਲੇ ਨੇ, ਤੇ ਬਾਬਾ ਮਹਿਤਾ ਕਾਲੂ ਜੀ ਨੇ ਉਹ ਬਚਨਾਂ ਤੇ ਜਿਹੜਾ ਹੈ ਅਮਲ ਕੀਤਾ ਹੈ। ਸਾਖ ਬਣਕ ਜੋ ਕੀਮਤ ਤਾਹੀ ਨੈ ਜਾਨੀ ਕਾਲੂ ਮਨ ਮਾਹੀ। ਅਸਲ ਦੇ ਵਿੱਚ ਜਿਹੜਾ ਹੈ ਕਵੀ ਜੀ ਕਹਿਣ ਲੱਗੇ ਕਿ ਗੁਰੂ ਸਾਹਿਬ ਜੀ ਦੀ ਜਿਹੜੀ ਹੈ ਨਾ ਬਰਕਤ ਉਹ ਕਿਵੇਂ ਜਾਣ ਸਕਦੇ ਨੇ। ਇੱਥੇ ਉਦਾਹਰਨ ਫਿਰ ਦਿੱਤੀ ਹੈ ਕਿ ਸਾਖ ਆ ਫੁੱਲ ਪੱਤੀਆਂ ਵੇਚਣ ਵਾਲੇ ਮੋਤੀਆਂ ਦੀ ਮਾਲਾ ਦੀ ਕੀਮਤ ਕੀ ਜਾਣਦੇ ਨੇ। ਭਾਵ ਸਾਖ ਪੱਤੇ ਜਿਹੜੇ ਨੇ ਵੇਚਣ ਵਾਲੇ, ਜੇਕਰ ਆਪਾਂ ਉਹਨਾਂ ਨੂੰ ਕਹੀਏ ਕਿ ਮੋਤੀਆਂ ਦੀ ਕੀਮਤ ਦੱਸੋ ਕੀ ਕੀਮਤ ਹੁੰਦੀ ਹੈ, ਉਹਨਾਂ ਨੂੰ ਵਿਚਾਰਿਆਂ ਨੂੰ ਕੀ ਪਤਾ ਹੈ। ਉਸੇ ਪ੍ਰਕਾਰ ਹਾਲੇ ਬਾਬਾ ਮਹਿਤਾ ਕਾਲੂ ਜੀ ਨੂੰ ਜਿਹੜਾ ਹੈ ਇਹ ਕੋਈ ਸਮਝ ਨਹੀਂ ਹੈ ਕਿ ਮੇਰਾ ਪੁੱਤਰ ਜਿਹੜਾ ਹੈ ਕੋਈ ਆਮ ਬਾਲਕ ਨਹੀਂ ਹੈ, ਪ੍ਰਤਾਪੀ ਹੈ, ਅਵਤਾਰੀ ਪੁਰਖ ਹੈ। ਗੌਰੋ ਆਸ ਆਇਰ ਪਤ ਪਾਇਓ ਪਈ ਵਿਵਾਹ ਪਰ ਗੁਰ ਗ੍ਰਹਿ ਆਇਓ। ਇਸ ਪ੍ਰਕਾਰ ਬਾਬਾ ਮਹਿਤਾ ਕਾਲੂ ਜੀ ਹੁਣ ਇਹ ਗੱਲਾਂ ਬਾਤਾਂ ਕਰਕੇ ਸੁਣ ਕੇ ਆਪਣੇ ਗ੍ਰਹਿ ਵਿਖੇ ਨੂੰ ਪਰਤ ਆਏ ਹਨ ਤੇ ਸੰਸਾਰਕ ਜੋ ਵੀ ਉਹਨਾਂ ਦਾ ਕਾਰੋਬਾਰ ਹੈ ਉਹਦੇ ਵਿੱਚ ਜਿਹੜਾ ਹੈ ਹੁਣ ਰਚ ਗਏ ਹਨ। ਕੀਰਤ ਮਾਤ ਰੂਪ ਬਲ ਜਾਵੇ ਪਾਣੀ ਆਪਨੇ ਭੋਜ ਖੁਆਵੇ। ਇਸ ਤੋਂ ਬਾਅਦ ਫਿਰ ਬਾਅਦ ਵਿੱਚ ਦਿਨ ਦਾ ਜਿਹੜਾ ਮੰਨੋ ਕਿ ਪਤੀ ਕਹਿ ਲੋ ਕਿ ਸੂਰਜ ਹੁਣ ਡੁੱਬ ਗਿਆ
ਰਾਤ ਪੈ ਗਈ ਹੈ ਤੇ ਗੁਰੂ ਸਾਹਿਬ ਜੀ ਵੀ ਹੁਣ ਆਪਣੇ ਗ੍ਰਹਿ ਵਿਖੇ ਆਏ ਹਨ। ਦੋਇਰਾ ਪੈਤ ਆਏ ਪੁਨ ਮਾਤ ਲੈ, ਸੂਤੀ ਸੁਟ ਪਰ ਅੰਕ, ਪਲਕ ਜੁਟੀ ਸੁੰਦਰ ਬਦਨ, ਸਾਧਨ ਸਾਧਨ ਹਿਲਾਦ ਮਯੰਕ। ਫਿਰ ਗੁਰੂ ਸਾਹਿਬ ਜੀ ਪ੍ਰਸ਼ਾਦਾ ਪਾਣੀ ਛਕ ਕੇ ਉਸ ਤੋਂ ਬਾਅਦ ਗੁਰੂ ਸਾਹਿਬ ਜੀ ਨੇ ਦੁੱਧ ਪੀਤਾ ਹੈ ਤੇ ਕਵੀ ਜੀ ਕਹਿੰਦੇ ਫਿਰ ਮਾਤਾ ਜੀ ਨੂੰ ਫਿਰ ਲੈ ਕੇ ਇੱਕ ਸੋਹਣੇ ਜਿਹੇ ਪਲੰਘ ਉੱਤੇ ਜਿਹੜਾ ਇਹਨਾਂ ਸੌਂ ਗਏ ਨੇ। ਮਾਤਾ ਜੀ ਨੇ ਆਪਣੀ ਗੋਦ ਦੇ ਵਿੱਚ ਬਿਠਾਇਆ ਹੈ ਸੋਹਣੇ ਜਿਹੇ ਪਲੰਘ ਤੇ, ਫਿਰ ਗੁਰੂ ਸਾਹਿਬ ਜੀ ਆਰਾਮ ਕਰਨ ਲੱਗੇ ਹਨ। ਸੋ ਪਈ ਸਵਾ ਜਾਮ ਜਬ ਰਹੀ ਤ੍ਰਿਜਾਮਾ, ਜਨਨੀ ਸੁਪਨਾ ਪਿਕ ਅਬਿਰਾਮਾ। ਸਵਾ ਪਹਿਰ ਜਦ ਰਾਤ ਰਹਿ ਗਈ ਹੈ ਤੇ ਮਾਤਾ ਜੀ ਨੇ ਇੱਕ ਜਿਹੜਾ ਹੈ ਸੁੰਦਰ ਸੁਪਨਾ ਦੇਖਿਆ ਹੈ। ਸੁੰਦਰ ਦੁਤ ਬਿੰਦਰਾਦਰ ਬਿੰਦਰਾਰਕ ਬਿੰਦਰਾ, ਮਿਲ ਕਰ ਆਏ ਕਰਤੇ ਆਨੰਦਾ। ਸੁੰਦਰ ਸ਼ੋਭਾ ਕਰਨ ਵਾਲੇ ਬਹੁਤ ਸਾਰੇ ਦੇਵਤੇ ਮਿਲ ਕੇ ਆਨੰਦ ਮੰਗਲ ਕਰ ਰਹੇ ਹਨ। ਮੰਜਲ ਕੁਸਮਾਂਜੁਲ ਮਲਿਆਗਰ, ਕਰ ਕਪੂਰ ਬਰ ਗਾਂਦੇ ਉਜਾਗਰ। ਮਾਨੋ ਕਿ ਮੇਰੇ ਬਾਲਕ ਦੇ ਮਾਤਾ ਜੀ ਸੁਪਨਾ ਕੀ ਦੇਖ ਰਹੇ ਨੇ, ਦੇਵਤੇ ਆਏ ਨੇ ਤੇ ਮੇਰੇ ਬਾਲਕ ਤੇ ਜਿਹੜਾ ਨਾ ਚਿਹਰੇ ਉੱਤੇ, ਜਿਹੜਾ ਮੇਰਾ ਬਾਲਕ ਹੈ ਉਹਦਾ ਚਿਹਰਾ ਬੜਾ ਉਜਲ ਹੈ ਤੇ ਖੁਸ਼ਬੂ ਫੁੱਲ ਚੰਦਨ ਆਦਿਕ ਜਿਹੜਾ ਹੈ ਨਾ ਦੇਵਤਿਆਂ ਨੇ ਫੜੇ ਹੋਏ ਹਨ। ਦੇਖਾ ਏਕ ਸਿੰਘਾਸਨ ਸੁੰਦਰ, ਸੂਚੇ ਮਾਣਿਕ ਗਜ ਰੁਚ ਰੰਦਰ। ਇੱਕ ਸੁੰਦਰ ਸਿੰਘਾਸਨ ਵੀ ਸੁਪਨੇ ਵਿੱਚ ਵੇਖਿਆ ਜਿਹੜਾ ਸੁੱਚੇ ਮੋਤੀਆਂ ਦੇ ਨਾਲ, ਸੋਹਣੇ ਮਾਣਕਾਂ ਦੇ ਨਾਲ ਜਿਹੜਾ ਜੜਿਆ ਹੋਇਆ ਹੈ। ਤਾਂ ਪਰ ਰਾਣੀ ਜਿ ਸੁਤ ਬੈਸਾ, ਸ਼ੋਭਾ ਕੋਟ ਕਾਮਨੈ ਤੇ ਤੈਸਾ। ਉਸ ਸਿੰਘਾਸਨ ਉੱਤੇ ਮਾਨੋ ਕਿ ਇਹ ਵੀ ਵੇਖਿਆ ਕਿ ਮੇਰਾ ਸੁੱਤ ਭਾਵ ਪੁੱਤਰ ਬੈਠਾ ਹੋਇਆ ਤੇ ਇੰਨਾ ਸੁੰਦਰ ਤੇ ਸ਼ੋਭਨੀਕ ਹੈ ਕਿ ਕਰੋੜਾਂ ਕਾਮਦੇਵ ਵੀ ਜਿਹੜਾ ਹੈ ਉਸ ਦੇ ਤੁਲ ਨਹੀਂ ਹਨ। ਨਿਰਜੁਰ ਜੰਜੈ ਅੰਜਲੀ ਜੋਰੀ, ਪਨਤ ਬਿਨੈ ਮਨ ਪ੍ਰੀਤ ਨ ਥੋਰੀ। ਮਾਤਾ ਜੀ ਵੇਖ ਰਹੇ ਨੇ ਕਿ ਦੇਵਤੇ ਹੱਥ ਜੋੜ ਕੇ ਮੇਰੇ ਬਾਲਕ ਦੇ ਅੱਗੇ ਖੜੇ ਨੇ, ਬੇਨਤੀ ਕਰ ਰਹੇ ਨੇ ਤੇ ਆਪਣੇ ਅੰਦਰ ਜਿਹੜਾ ਹੈ ਮੇਰੇ ਬਾਲਕ ਦੇ ਪ੍ਰਤੀ ਸ਼ਰਧਾ ਹੈ ਨਾ, ਅੰਦਰ ਪ੍ਰੇਮ ਲੈ ਕੇ ਆਏ ਹਨ। ਦੋਇਰਾ ਉਸ ਸਤ ਉਕਤ ਹੈ ਅਨਿਕ ਬਿਦ, ਜੈ ਜੈ ਬਚਨ ਉਚਾਰ, ਪਾਵਨ ਪਰਮ ਪੁਰਾਤਨੰ, ਪੁਰਖ ਨ ਪਾਰਾਵਾਰ। ਹੁਣ ਕਈ ਪ੍ਰਕਾਰ ਨਾਲ ਉਸਤਤ ਕਰ ਰਹੇ ਨੇ, ਜੈ ਜੈਕਾਰ ਦੇ ਬਚਨਾਂ ਨੂੰ ਉਚਾਰਨ ਕਰ ਰਹੇ ਨੇ ਤੇ ਕਵੀ ਜੀ ਕਹਿੰਦੇ ਮਾਤਾ ਜੀ ਵੇਖਦੇ ਨੇ ਕਿ ਅਸਲ ਦੇ ਵਿੱਚ ਮੇਰੇ ਬਾਲਕ, ਮੇਰੇ ਪੁੱਤਰ ਦੀ ਸ਼ੋਭਾ ਜਿਹੜੀ ਹੈ ਹਰ ਕੋਈ ਕਰ ਰਿਹਾ ਹੈ। ਜੋ ਪਈ ਤਾਰੇ ਅਲੰਬ ਕੇ ਦੇਵਨ ਹੇਤੂ, ਪ੍ਰਗਟ ਸ਼੍ਰੀ ਬੇਦੀ ਕੁਲ ਕੇਤੂ। ਧਰਤੀ ਨੂੰ ਆਸਰਾ ਦੇਣ ਲਈ ਵੇਦੀ ਕੁਲ ਦੇ ਵਿੱਚ ਪ੍ਰਗਟ ਹੋਏ ਨੇ ਤੇ ਇਸ ਪ੍ਰਕਾਰ ਹਾਂਜੀ। ਭਗਤ ਜਗਤ ਮਦ ਬਿਦਤ ਕਰਨ ਕੋ, ਕਲ ਮਲ ਦੁਸ਼ਟਨ ਦੰਭ ਦਰਨ ਕੋ। ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜਗਤ ਵਿੱਚ ਭਗਤੀ ਨੂੰ ਪ੍ਰਗਟ ਕਰਨ ਦੇ ਲਈ ਜਿਹੜਾ ਹੈ ਨਾ, ਪਾਪੀਆਂ ਨੂੰ ਨਾਸ਼ ਕਰਨ ਦੇ ਲਈ, ਦੁਸ਼ਟਾਂ ਪਖੰਡੀਆਂ ਨੂੰ ਨਾਸ਼ ਕਰਨ ਲਈ ਉਹਨਾਂ ਨੇ ਅਵਤਾਰ ਧਾਰਨ ਕੀਤਾ ਹੈ। ਜੋ ਪਈ ਕਲ ਮੈਂ ਪਾਵਨ ਪੰਥ ਨਰਨ ਕੋ, ਪ੍ਰਦ ਸਤ ਸੰਗਤ ਜਗਤ ਤਰਨ ਕੋ। ਕਲਯੁਗ ਵਿੱਚ ਫਿਰ ਮਨੁੱਖਾਂ ਨੂੰ ਪਾਵਨ ਪੰਥ ਦੇਣ ਵਾਸਤੇ ਗੁਰੂ ਸਾਹਿਬ ਜੀ ਆਏ ਨੇ। ਵੱਖਰਾ ਪੰਥ, ਨਿਰਾਲਾ ਪੰਥ, ਨਿਰਮਲ ਪੰਥ, ਮੈਲ ਤੋਂ ਰਹਿਤ, ਜਿਸ ਵਿੱਚ ਕੋਈ ਪਖੰਡ ਨਹੀਂ, ਕੋਈ ਵਹਿਮ ਨਹੀਂ ਤੇ ਮਾਲਕ ਨੇ ਫਿਰ ਜਿਹੜਾ ਹੈ ਸਿੱਧਾ ਰੱਬ ਨਾਲ ਜੋੜਨ ਦਾ ਜਿਹੜਾ ਹੈ ਤਰੀਕਾ ਦੱਸਿਆ ਹੈ। ਤੇ ਮਾਲਕ ਜੀ ਕਹਿੰਦੇ ਨੇ ਇਸ ਪ੍ਰਕਾਰ, ਕਵੀ ਜੀ ਕਹਿ ਰਹੇ ਨੇ ਇੱਥੇ ਕਿ ਮਾਤਾ ਜੀ ਇਹ ਸਭ ਕੁਝ ਵੇਖ ਰਹੇ ਨੇ ਕਿ ਸਤ ਸੰਗਤ ਦੇ ਰਾਹੀਂ ਜਗਤ ਨੂੰ ਤਾਰਨ ਦੇ ਲਈ, ਨਾਮ ਜਪਾਉਣ ਦੇ ਲਈ, ਮਨੁੱਖਾਂ ਨੂੰ ਜੋੜਨ ਦੇ ਲਈ ਗੁਰੂ ਸਾਹਿਬ ਜੀ ਦਾ ਅਵਤਾਰ ਹੋਇਆ ਹੈ। ਨਾਮ ਜਪਾਵਨ ਧਿਆਨ ਚਰਨ ਕੋ,
ਭਗਤਨ ਦੁਖ ਹਾਂ ਜਨਮ ਮਰਨ ਕੋ। ਮਨੁੱਖਾਂ ਦਾ ਧਿਆਨ ਰੱਬ ਨਾਲ ਜੋੜਨ ਲਈ ਤੇ ਭਗਤਾਂ ਦਾ ਜਨਮ ਮਰਨ ਦਾ ਦੁੱਖ ਜਿਹੜਾ ਨਾਸ਼ ਕਰਨ ਵਾਸਤੇ ਗੁਰੂ ਪ੍ਰਗਟ ਹੋਏ ਹਨ। ਦੇਨ ਆਸਰਾ ਏਕ ਸ਼ਰਨ ਕੋ, ਤੁਮਤ ਕੁਚਾਲ ਕੁਕਰਮ ਹਰਨ ਕੋ। ਸ਼ਰਨ ਆਏ ਨੂੰ ਆਸਰਾ ਦੇਣ ਵਾਸਤੇ, ਭੈੜੀ ਮਤ ਦੂਰ ਕਰਨ ਵਾਸਤੇ, ਭੈੜੀ ਚਾਲ ਕੁਕਰਮਾਂ ਦਾ ਨਾਸ਼ ਕਰਨ ਵਾਸਤੇ। ਪੀਰ ਮੀਰ ਸਿਧ ਦਰਪ ਚਰਨ ਕੋ, ਵਾਹਿਗੁਰੂ ਦੇ ਜਾਪ ਰਰਨ ਕੋ। ਇਸ ਕਰਕੇ ਜਿਹੜਾ ਹੈ ਪੀਰਾਂ ਮੀਰਾਂ ਸਿੱਧਾਂ ਇਹਨਾਂ ਦੇ ਹੰਕਾਰ ਨੂੰ ਦੂਰ ਕਰਨ ਵਾਸਤੇ, ਜਿਨ੍ਹਾਂ ਨੂੰ ਆਪਣੇ ਆਪ ਤੇ ਹੰਕਾਰ ਹੈ, ਉਹਨਾਂ ਦਾ ਹੰਕਾਰ ਦੂਰ ਕਰਨ ਵਾਸਤੇ ਵਾਹਿਗੁਰੂ ਦਾ ਨਾਮ ਜਪਾਉਣ ਦੇ ਲਈ ਧਰਤੀ ਤੇ ਗੁਰੂ ਨਾਨਕ ਸਾਹਿਬ ਜੀ ਆਏ ਹਨ। ਤੋਇਰਾ ਏ ਬਿਦ ਬਿਬੁਧ ਸੁਬਾਦਨ ਬਾਦ, ਪਦ ਅਰਬਿੰਦ ਬਨਾਏ, ਗਏ ਆਪਨੇ ਲੋਕ ਕੋ, ਜੈ ਜੈ ਤੇ ਜੋ ਆਏ। ਇਸ ਪ੍ਰਕਾਰ ਇਸ ਢੰਗ ਦੇ ਨਾਲ ਫਿਰ ਉਹ ਦੇਵਤਿਆਂ ਨੇ ਕੁਝ ਬਚਨ ਕਹੇ ਨੇ ਤੇ ਇਸ ਪ੍ਰਕਾਰ ਕਹਿ ਕੇ ਗੁਰੂ ਸਾਹਿਬ ਜੀ ਦੇ ਚਰਨ ਕਮਲਾਂ ਦੀ ਪੂਜਾ ਕੀਤੀ ਹੈ ਤੇ ਇੱਥੋਂ ਫਿਰ ਜਿੱਥੋਂ ਉਹ ਆਏ ਸੀ ਫਿਰ ਉੱਥੇ ਚਲੇ ਗਏ ਹਨ। ਜੋ ਪਈ ਅਚਰਜ ਪਈ ਹੇਰ ਕਰ ਮਾਤਾ, ਜਾਨੀ ਪਰੈ ਨਗਤ ਨਿਜ ਤਾਤਾ। ਹੁਣ ਇੱਕਦਮ ਜਿਹੜਾ ਨੀਂਦ ਖੁੱਲੀ ਹੈ ਤੇ ਆਪਣੇ ਬੱਚੇ ਨੂੰ ਵੇਖਦੀ ਹੈ, ਬੱਚਾ ਸਾਹਮਣੇ ਪਿਆ ਹੈ ਤੇ ਮਨ ਦੇ ਵਿੱਚ ਬੜਾ ਵਿਚਾਰ ਆਇਆ, ਅਚਰਜ ਭਈ ਹੇਰ ਕਰ ਮਾਤਾ। ਹੈਰਾਨ ਹੋ ਗਈ। ਹੇਰ ਦਾ ਅਰਥ ਹੁੰਦਾ ਵੇਖਣਾ। ਇਸ ਸੁਪਨੇ ਨੂੰ ਦੇਖ ਕੇ ਤੇ ਉਸ ਤੋਂ ਬਾਅਦ ਫਿਰ ਸੁਪਨੇ ਤੋਂ ਉੱਠ ਕੇ ਆਪਣੇ ਪੁੱਤਰ ਨੂੰ ਵੇਖ ਕੇ ਹੈਰਾਨ ਹੁੰਦੀ ਹੈ ਮਾਤਾ। ਜਾਨੀ ਪਰੈ ਨ ਗਤ ਨਿਜ ਤਾਤਾ। ਤਾਤਾ ਦਾ ਅਰਥ ਹੈ ਪੁੱਤਰ, ਤਾਤ। ਆਪਣੇ ਪੁੱਤਰ ਦੀ ਜਿਹੜਾ ਹੈ ਨਾ, ਇਹ ਅਸਲ ਦੇ ਵਿੱਚ ਜੋ ਇਹ ਵੇਖਿਆ ਹੈ ਸਭ ਕੁਝ, ਇਹ ਕੁਝ ਸਮਝ ਨਹੀਂ ਪਾ ਰਹੇ ਮਾਤਾ ਜੀ। ਮਯੋਰੀ ਤੇ ਮੈਂ ਸੰਭ੍ਰਮ ਗਿਆਨੀ, ਸੰਭ੍ਰਮ ਜਾਗੀ, ਸੁਤ ਅਵੈਵ ਸਭ ਦੇਖਣ ਲਾਗੀ। ਇਸ ਪ੍ਰਕਾਰ ਹਿਰਦੇ ਵਿੱਚ ਜਿਹੜਾ ਹੈ ਨਾ ਇੱਕ ਸ਼ੰਕਾ ਜਿਹਾ ਆ ਗਿਆ, ਸੰਸਾ ਜੀ ਜਿਹੜਾ ਜਾਗ ਪਈ ਹੈ। ਫਿਰ ਆਪਣੇ ਪੁੱਤਰ ਦੇ ਸਾਰੇ ਅੰਗ ਵੇਖਣ ਲੱਗ ਪਈ ਮਾਤਾ। ਸੁਭਾਵਿਕ ਗੱਲ ਹੈ, ਕੋਈ ਡਰਾਉਣਾ ਵੀ ਸੁਪਨਾ ਆਵੇ ਨਾ ਮਨੁੱਖ ਨੂੰ ਜਾਂ ਫਿਰ ਕਿਸੇ ਪ੍ਰਕਾਰ ਦਾ, ਇੱਕਦਮ ਜਦੋਂ ਉੱਠਦਾ ਹੈ ਉਹ ਸਭ ਤੋਂ ਪਹਿਲਾਂ ਇਹੋ ਵੇਖਦਾ ਮੈਂ ਹੈ ਕਿੱਥੇ ਹਾਂ, ਕਿਤੇ ਉੱਥੇ ਤਾਂ ਨਹੀਂ। ਫਿਰ ਜਦੋਂ ਇਹ ਵੇਖਦਾ ਮੈਂ ਆਪਣੇ ਘਰੇ ਹੀ ਹਾਂ, ਆਪਣੇ ਬੈੱਡ 'ਤੇ ਹੀ ਹਾਂ, ਫਿਰ ਇਹਨੂੰ ਥੋੜ੍ਹੀ ਤਸੱਲੀ ਹੁੰਦੀ ਹੈ। ਕੋਈ ਇਹੋ ਜਿਹਾ ਭਿਆਨਕ ਦੇਖ ਲਵੇ ਸੁਪਨਾ ਤੇ ਮਾਤਾ ਜੀ ਜਦੋਂ ਉੱਠੇ ਨੇ ਇੱਕਦਮ ਤੇ ਆਪਣੇ ਪੁੱਤਰ ਨੂੰ ਵੇਖਿਆ, ਸਾਰੇ ਅੰਗ ਇੱਕ ਵਾਰਾਂ ਦੇਖੇ। ਚੰਦਨ ਸੋ ਚਰਚਿਤ ਹੈ ਸਾਰੇ, ਬਹੁ ਸੁਗੰਧ ਸੁਜਜੇ ਨਿਹਾਰੇ। ਪਰ ਜੋ ਦੇਖਿਆ ਸੀ ਉਹ ਐਂ ਲੱਗਦਾ ਕਿ ਮਾਤਾ ਜੀ ਵੇਖ ਰਹੇ ਨੇ ਕਿ ਜਦੋਂ ਅੰਗਾਂ ਨੂੰ ਹੱਥ ਲਾਇਆ, ਸਰੀਰ ਨੂੰ ਹੱਥ ਲਾਇਆ ਹੈ ਤੇ ਗੁਰੂ ਸਾਹਿਬ ਜੀ ਦੇ ਸਾਰੇ ਸਰੀਰ ਤੇ ਜਿਹੜਾ ਚੰਦਨ ਛਿੜਕਿਆ ਹੋਇਆ ਸੀ। ਚੰਦਨ ਮਹਿਕ ਆ ਰਹੀ ਸੀ, ਬਹੁਤ ਖੁਸ਼ਬੂਦਾਰ ਪਦਾਰਥਾਂ ਦੇ ਨਾਲ ਜਿਹੜਾ ਹੈ ਨਾ, ਮਾਨੋ ਕਿ ਪੂਜੇ ਹੋਏ ਜਿੱਦਾਂ ਵੇਖਿਆ ਸੀ ਉਸੇ ਪ੍ਰਕਾਰ ਪ੍ਰਤੱਖ ਵੀ ਵੇਖ ਰਹੇ ਹਨ। ਸੰਭ੍ਰਮ ਮਨ ਨੇ ਬਿਰਥਿਰਥਾ ਹੋਈ, ਕਿਦੋ ਸਾਚ ਕੈ ਸੁਪਨਾ ਸੋਈ। ਹੁਣ ਜਿਹੜੀ ਸ਼ੰਕਾ ਸੀ ਉਹ ਹੋਰ ਵੱਧ ਗਈ। ਮਨ ਦੇ ਵਿੱਚ ਸੰਸਾ ਸੀ, ਇਹ ਕੀ ਹੋ ਗਿਆ? ਪਹਿਲਾਂ ਸੁਪਨਾ, ਹੁਣ ਪ੍ਰਤੱਖ ਹੈ। ਹੁਣ ਜਿਹੜੀ ਵਧੀ ਸੀ ਜੋ ਮਨ ਦੇ ਵਿੱਚ ਸ਼ੰਕਾ, ਤੇ ਹੁਣ ਸੋਚ ਵਿਚਾਰ ਕਰ ਰਹੇ ਨੇ ਕਿ ਹੈ ਕਿ ਸਮਝ ਤੋਂ ਪਰੇ ਹੈ। ਮੈਂ ਇਹਨੂੰ ਸੁਪਨਾ ਸਮਝਾਂ ਕਿ ਇਹਨੂੰ ਸੱਚ ਸਮਝਾਂ, ਇਹ ਮੈਨੂੰ ਕੁਝ ਸਮਝ ਨਹੀਂ ਆ ਰਿਹਾ। ਹਿਰਦੈ ਵਿਚਾਰਤ ਆਰਤ ਮਾਤਾ, ਨਿਰਣੈ ਹੋਏ ਨਹੀਂ ਕੈ ਬਾਤਾ। ਹੁਣ ਹਿਰਦੇ ਵਿੱਚ ਵਿਚਾਰ ਕਰਕੇ ਮਾਤਾ ਜੀ ਘਬਰਾ ਗਏ ਨੇ ਤੇ ਇਹ ਗੱਲ ਦਾ ਨਿਰਣਾ ਜਿਹੜਾ ਹੋ ਨਹੀਂ ਪਾ ਰਿਹਾ ਕਿ ਹੁਣ ਸੁਪਨਾ ਹੈ ਜਾਂ ਸੱਚ ਹੈ। ਇਹ ਕੁਝ ਜਿਹੜਾ ਹੈ ਮਾਨੋ ਕਿ ਸਮਝ ਨਹੀਂ ਆ ਰਹੀ। ਸੁਤ ਕੀ ਮਹਿਮਾ ਮਨ ਮੈਂ ਮਾਨੀ, ਇਹ ਅਵਤਾਰ ਸਤ ਚਿਤ ਜਾਨੀ। ਮਨ ਦੇ ਵਿੱਚ ਫਿਰ ਪੁੱਤਰ ਦੀ ਮਹਿਮਾ ਮਾਨੀ ਲਈ ਹੈ ਕਿ ਇਹ ਆਮ ਨਹੀਂ ਹੈ, ਅਵਤਾਰੀ ਹੈ। ਤੇ ਸਮਝ ਗਏ ਕਿ ਇਹ ਅਸਲ ਦੇ ਵਿੱਚ ਪਰਮਾਤਮਾ ਦਾ ਅਵਤਾਰ ਹੈ, ਵਾਹਿਗੁਰੂ ਦਾ ਰੂਪ ਹੈ। ਤੋਇਰਾ ਜਿਸ ਕੇ ਪਦ ਅਰਬਿੰਦ ਕੋ,
दिव रूप बोआए करिया पचित प्रीत सो बार पार सिर नाए। ਅਸਲ ਦੇ ਵਿੱਚ ਗੁਰੂ ਸਾਹਿਬ ਜੀ ਦੇ ਪੂਜਣ, ਮਾਲਕ ਦੇ ਚਰਨਾਂ ਨੂੰ ਪੂਜਣ ਦੇ ਲਈ ਮੈਂ ਵੇਖਿਆ ਸੁਪਨੇ ਵਿੱਚ ਦੇਵਤੇ ਆਏ ਨੇ, ਤੇ ਕਿੰਨੀ ਬਰਕਤ ਹੋਏਗੀ ਮਾਲਕ ਦੇ ਚਰਨਾਂ ਵਿੱਚ। ਬਾਰ-ਬਾਰ ਉਹ ਜਿਹੜਾ ਹੈ ਗੁਰੂ ਸਾਹਿਬ ਜੀ ਦੇ ਚਰਨਾਂ 'ਤੇ ਸ਼ੀਸ਼ ਨਿਵਾ ਰਹੇ ਨੇ। ਅਤੇ ਆਪਾਂ ਆਰੰਭਤਾ ਵਿੱਚ ਵੀ ਇਹ ਗੱਲ ਸਮਝੀ ਹੈ, ਜਿਹੜਾ ਪੰਡਿਤ, ਜਿਹੜਾ ਜੋਤਸ਼ੀ ਗੁਰੂ ਸਾਹਿਬ ਜੀ ਕੋਲ ਆਇਆ ਸੀ ਗੁਰੂ ਸਾਹਿਬ ਜੀ ਦਾ ਨਾਮਕਰਨ ਕਰਨ ਦੇ ਲਈ, ਜਦੋਂ ਮਾਲਕ ਦੇ ਦਰਸ਼ਨ ਕੀਤੇ ਤੇ ਉਹਦਾ ਸੁਭਾਵਕ ਹੀ ਸਿਰ ਝੁਕ ਗਿਆ ਸੀ। ਪੰਡਿਤ ਹਰਦਿਆਲ ਮੱਥਾ ਟੇਕਿਆ ਸੀ ਉਹਨੇ ਗੁਰੂ ਸਾਹਿਬ ਜੀ, ਤੇ ਮਨੋ ਮਨੀ ਇਹ ਜਿਹੜਾ ਹੈ ਉਹਦੇ ਗੱਲਬਾਤ ਵੀ ਚੱਲਦੀ ਰਹੀ ਕਿ ਇੰਨਾ ਪ੍ਰਤਾਪੀ ਪੁਰਖ ਜਿਹਨੂੰ ਵੇਖਣ ਵਾਸਤੇ ਮੇਰੀ ਆਰਬਲਾ ਬੜੀ ਘੱਟ ਹੈ, ਹੁਣ ਪਛਤਾਉਂਦਾ ਹੈ ਕਿ ਮੈਂ ਹੁਣ ਸੰਸਾਰ 'ਤੇ ਰਹਿਣਾ ਨਹੀਂ ਹੈ। ਤੇ ਉਸੇ ਪ੍ਰਕਾਰ ਹੁਣ ਇੱਥੇ ਜਿਹੜਾ ਹੈ ਮਾਤਾ ਜੀ ਨੇ ਜੋ ਕੌਤਕ ਵੇਖਿਆ ਹੈ ਕਿ ਹਰ ਕੋਈ ਮੇਰੇ ਬੱਚੇ ਅੱਗੇ ਸ਼ੀਸ਼ ਨਿਵਾ ਰਿਹਾ ਹੈ। ਚੌਪਈ ਹੋਏ ਰੇ ਸੁਪਨੇ ਕੀ ਨਿਆਈ ਅਬਿਲੋ ਚਰਚੋ ਬਿਦਤ ਦਿਸਾਈ। ਮੈਂ ਉਹ ਸੁਪਨੇ ਵਾਂਗੂ ਜਿਹੜਾ ਹੈ ਵੇਖੇ ਹਨ, ਤੇ ਹੁਣ ਮੈਨੂੰ ਜਿਹੜਾ ਸਭ ਪ੍ਰਤੱਖ ਦਿਖਦਾ ਹੈ। ਪਹਿਲਾਂ ਸੁਪਨਾ ਸੀ, ਹੁਣ ਪ੍ਰਤੱਖ ਹੈ। ਕੀ ਇਸ ਨੂੰ ਸਮਝਾਂ? ਚਿਤ ਵਿਚਾਰ ਕਰਤਿਓ ਪਰ ਪਾਤੂ ਚੜਿਓ ਸੋ ਮਾਰ ਟੰਡ ਬਖਿਆ ਤੂੰ। ਇਸ ਪ੍ਰਕਾਰ ਚਿੱਤ ਵਿੱਚ ਵਿਚਾਰ ਕਰ ਲਏ ਨੇ। ਸਵਾ ਪਹਿਰ ਨਾ ਰਾਤ ਰਹਿੰਦੀ ਹੈ। ਇੱਦਾਂ ਵਿਚਾਰ ਕਰਦਿਆਂ ਹੋਇਆਂ ਮਨ ਦੇ ਵਿੱਚ ਦਿਨ ਚੜ੍ਹ ਆਇਆ, ਸੂਰਜ ਚੜ੍ਹ ਆਇਆ। ਚੜਿਓ ਸੋ ਮਾਰ ਟੰਡ, ਮਾਰ ਟੰਡ ਦਾ ਅਰਥ ਸੂਰਜ ਜਿਹੜਾ ਹੈ ਉਹ ਹੁਣ ਚੜ੍ਹ ਆਇਆ ਹੈ, ਦਿਨ ਚੜ੍ਹ ਗਿਆ ਹੈ। ਜਾਨੀ ਨਾਨਕ ਜੀ ਮਨ ਮਾਤਾ ਕਾਨ ਦਈ ਤਬ ਮੋਹ ਕਨਾਤਾ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਬਾਰੇ ਮਾਤਾ ਜੀ ਜਾਣ ਗਏ ਨੇ, ਤੇ ਫਿਰ ਉਸ ਮੋਹ ਪਿਆਰ ਦੀ ਜਿਹੜਾ ਮੰਨੋ ਕਿ ਉਹਨਾਂ ਨੇ ਕਨਾਤ ਲਾ ਦਿੱਤੀ ਹੈ, ਪਰਦਾ ਲੱਗ ਗਿਆ। ਫਿਰ ਇਹ ਮੇਰਾ ਪੁੱਤਰ ਹੈ। ਜੋ ਮਾਤਾ ਅਤੇ ਬਾਲਕ ਦਾ ਜਿਹੜਾ ਰਿਸ਼ਤਾ ਹੈ ਉਸ ਮੁਤਾਬਕ ਇੱਕ ਵਾਰ ਮੋਹ ਫੇਰ ਆ ਗਿਆ। ਹੁਣ ਮਨ ਜਿਹੜਾ ਹੈ ਸ਼ੰਕੇ ਦੇ ਵਿੱਚ ਹੈ ਕਿ ਕੀ ਸਮਝੀਏ, ਪੁੱਤਰ ਵਾਂਗ ਲਾਡ ਲਡਾਈਏ ਜਾਂ ਫਿਰ ਅਵਤਾਰੀ ਪੁਰਖ ਸਮਝ ਕੇ ਜਿਹੜਾ ਹੈ ਨਮਨ ਕਰੀਏ, ਸਮਝ ਨਹੀਂ ਆਉਂਦੀ। ਪਰ ਮੋਹ ਦੀ ਤੰਦ ਪਈ ਹੈ, ਤੇ ਫਿਰ ਉਸੇ ਪ੍ਰਕਾਰ ਜਿਸ ਪ੍ਰਕਾਰ ਪਹਿਲਾਂ ਸਨ ਉਸੇ ਪ੍ਰਕਾਰ ਹੋ ਗਏ ਨੇ। ਜਾਗੇ ਪੁਨ ਕਰਕੇ ਮੁਖ ਰੂਖਾ ਕਹੈ ਮਾਤ ਦੇ ਭੋਜਨ ਭੂਖਾ। ਹੁਣ ਅਸਲ ਦੇ ਵਿੱਚ ਗੁਰੂ ਸਾਹਿਬ ਜੀ ਉੱਠੇ ਨੇ, ਮੁਖ ਜਿਹੜਾ ਹੈ ਨਾ ਰੁੱਖਾ ਜਿਹਾ ਬਣਾ ਕੇ ਜਾਗ ਪਏ। ਉੱਠਦੇ ਹੀ ਕਹਿਣ ਲੱਗੇ, ਮਾਤਾ ਜੀ ਭੋਜਨ ਲਿਆਓ, ਮੈਨੂੰ ਬਹੁਤ ਭੁੱਖ ਲੱਗੀ ਹੈ। ਰਿਸਕੀ ਭੂਲੀ ਸਕਲ ਵਿਚਾਰਾ ਲਖੀਰ ਤੇ ਸੁਤ ਮੈਂ ਭੁਖਿਆਰਾ। ਫਿਰ ਉਸ ਰਾਤ ਵਾਲੀ ਜਿਹੜਾ ਭੁੱਲੀ ਹੋਈ ਸ਼ਕਲ ਬਾਰੇ ਵੀ ਸੋਚਿਆ ਹੈ। ਸਮਝ ਗਈ ਕਿ ਮੇਰਾ ਪੁੱਤਰ ਬੜਾ ਭੁੱਖਾ ਹੈ। ਦਦ ਸੋ ਆਸਨ ਦੀਨ ਹਿਤ ਖਾਨੇ ਜੋ ਆਗੇ ਜਾਣੇ ਤਿਉ ਜਾਣੇ। ਖਾਣ ਵਾਸਤੇ ਫਿਰ ਦਹੀਂ ਦੇ ਨਾਲ ਭੋਜਨ ਦਿੱਤਾ ਹੈ, ਤੇ ਜਿਵੇਂ ਅੱਗੇ ਜਾਣਦੀ ਸੀ ਉਸ ਤਰ੍ਹਾਂ ਹੀ ਜਿਹੜਾ ਜਾਣਨ ਲੱਗ ਪਈ। ਭਾਵ ਵੀ ਮੇਰਾ ਪੁੱਤਰ ਹੀ ਹੈ, ਪੁੱਤਰ ਵਾਂਗ ਲਾਡ ਲਡਾਉਣ ਲੱਗ ਪਈ ਹੈ। ਦੋਇਰਾ ਆਸਨ ਸਦਨ ਤੇ ਅਚਵਕੈ ਮਿਲੇ ਬਾਲ ਜੈ ਜਾਲ ਪਦ ਨੂੰ ਪਰਕਟ ਕਿੰਕਨੀ ਹੋਵਤ ਸ਼ਬਦ ਵਿਸਾਲ। ਇਸ ਪ੍ਰਕਾਰ ਜੇ ਬਾਲਕ ਆਪਣੇ ਘਰੋਂ ਰੋਟੀ ਪਾਣੀ ਖਾ ਕੇ ਆਪਣੇ ਬਹੁਤ ਸਾਰੇ ਬਾਕੀ ਸਾਥੀਆਂ ਨੂੰ ਜਿਹੜਾ ਹੈ ਮਿਲਣ ਜਾਂਦੇ ਨੇ, ਤੇ ਉਸੇ ਪ੍ਰਕਾਰ ਗੁਰੂ ਸਾਹਿਬ ਜੀ ਵੀ ਹੁਣ ਬਾਲ ਅਵਸਥਾ ਵਿੱਚ ਨੇ, ਤੇ ਬੱਚਿਆਂ ਦੇ ਨਾਲ ਜਿਹੜਾ ਹੁਣ ਖੇਡਣ ਚਲੇ ਗਏ ਨੇ। ਚੌਪਈ ਵਿੱਚ ਰਹਿ ਖੇਲਨ ਮੈਂ ਅਨੁਰਾਗੇ ਭਾਗੇ ਭਾਗੇ ਬਾਲ ਸਭਾਗੇ। ਖੇਡਣ ਵਿੱਚ ਬੜੀ ਰੁਚੀ ਰੱਖਦੇ ਨੇ, ਤੇ ਖੇਡ ਕੇ ਜਿਹੜਾ ਹੈ ਬਹੁਤ ਖੁਸ਼ ਹੁੰਦੇ ਹਨ। ਤਿਤ ਹੋਵੇ ਸਾਰੇ
ਬੈਸੇ ਬੈਸ ਜਾਏ ਇੱਕ ਬਾਰੇ। ਇਸ ਪ੍ਰਕਾਰ ਜੇ ਉਹ ਖਲੋ ਜਾਂਦੇ ਨੇ ਤੇ ਬਾਕੀ ਬਾਲ ਵੀ ਖਲੋ ਜਾਂਦੇ ਨੇ, ਤੇ ਜੇ ਉਹ ਬੈਠ ਜਾਂਦੇ ਨੇ ਗੁਰੂ ਸਾਹਿਬ ਜੀ, ਬਾਕੀ ਬੱਚੇ ਵੀ ਬੈਠ ਜਾਂਦੇ ਨੇ। ਇਸ ਪ੍ਰਕਾਰ ਦੀਆਂ ਖੇਡਾਂ ਖੇਡ ਰਹੇ ਹਨ। ਨਾਨਕ ਆਨੰਦ ਭਨੈ ਕਹਾਣੀ, ਭਗਤ ਬਿਰਾਗ ਬਿਖੈ ਜੋ ਸਾਨੀ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਮੁਖੋਂ ਉਹ ਕਹਾਣੀ ਸੁਣਦੇ ਨੇ, ਤੇ ਭਗਤੀ ਤੇ ਬੈਰਾਗ ਵਿੱਚ ਇਹਨਾਂ ਦਾ ਕੋਈ ਸਾਨੀ ਨਹੀਂ ਹੈ। ਸ਼ਰਵਣ ਮਨਨ ਕਰਿਐ ਨਿਧਿ ਆਸਾ, ਪੁਨ ਸੁਨਨੇ ਕੀ ਵਧੇ ਪਿਆਸਾ। ਅਸਲ ਦੇ ਵਿੱਚ ਜਿਹੜਾ ਹੈ ਸੁਣਨ ਤੇ ਵਿਚਾਰਨ ਨੂੰ ਨਿਤ ਧਾਰਨ ਉਹ ਕਰਦੇ ਨੇ, ਸੁਣਨਾ ਤੇ ਵਿਚਾਰਨਾ, ਤੇ ਦੁਬਾਰਾ ਸੁਣਨ ਦੀ ਪਿਆਸ ਜਿਹੜਾ ਹੈ ਵਾਧੀ ਹੈ। ਹੀਰਾ ਸੁਗੰਧ ਬਦਨ ਅਰਬਿੰਦਾ, ਜੁਗਤ ਜੁਗਤ ਸੁੰਦਰ ਮਕਰੰਦਾ। ਗੁਰੂ ਸਾਹਿਬ ਜੀ ਦੀ ਬਾਣੀ ਬੜੀ ਮਿੱਠੀ ਹੈ, ਸੁਗੰਧਤ ਹੈ, ਸੁਗੰਧੀ ਦੇਣ ਵਾਲੀ, ਤੇ ਸਰੀਰ ਜਿਹੜਾ ਹੈ ਕਮਲ ਦੇ ਫੁੱਲ ਵਰਗਾ ਹੈ। ਬਾਲ ਬ੍ਰਿੰਦ ਸੰਭਏ ਮਲਿੰਦਾ, ਸ਼ਰਵਨ ਪਕਰੇ ਅਗਤ ਅਗਾਤ ਆਨੰਦਾ। ਇਸ ਪ੍ਰਕਾਰ ਗੁਰੂ ਸਾਹਿਬ ਜੀ ਕਮਲ ਦੇ ਫੁੱਲ ਵਰਗੇ ਨੇ, ਤੇ ਜਿਹੜੇ ਬਾਲ ਨੇ ਕਵੀ ਜੀ ਕਹਿੰਦੇ ਉਹ ਭੌਰਿਆਂ ਵਰਗੇ ਨੇ, ਆਲੇ ਦੁਆਲੇ ਘੁੰਮਦੇ ਰਹਿੰਦੇ ਨੇ, ਜਿਵੇਂ ਕਮਲ ਦੇ ਆਲੇ ਦੁਆਲੇ ਭੌਰੇ ਘੁੰਮਦੇ ਨੇ। ਉਸੇ ਪ੍ਰਕਾਰ ਕੰਨਾਂ ਨਾਲ ਇਲਾਹੀ ਰਸ ਪੀਂਦੇ ਨੇ ਤੇ ਬਹੁਤ ਆਨੰਦ ਪ੍ਰਾਪਤ ਕਰਦੇ ਹਨ। ਹੋਇਰਾ ਆਵਤ ਜਾਵਤ ਮਨੁਜ ਕੋ, ਸੁਨਤ ਠਾਡ ਹੋਏ ਜਾਏ। ਪੰਡਤ ਸੇ ਮਧੁਰੇ ਲਗੈ, ਕੀਰਤ ਬਦਨ ਅਲਾਏ। ਆਉਂਦਾ ਜਾਂਦਾ ਮਨੁੱਖ ਵੀ ਜਦ ਗੁਰੂ ਸਾਹਿਬ ਜੀ ਦੀ ਸੋਹਣੀ ਮਿੱਠੀ ਆਵਾਜ਼ ਸੁਣਦਾ ਹੈ ਨਾ, ਤੇ ਮਸਤ ਹੋ ਕੇ ਗੁਰੂ ਸਾਹਿਬ ਜੀ ਕੋਲ ਖੜਾ ਹੋ ਜਾਂਦਾ ਹੈ, ਬੈਠ ਜਾਂਦਾ ਹੈ। ਤੇ ਇਸ ਪ੍ਰਕਾਰ ਉਹਨਾਂ ਦੇ ਬੋਲ ਮਾਨੋ ਕਿ ਜਿਹੜਾ ਬਹੁਤ ਮਿੱਠੇ ਨੇ, ਤੇ ਉਹਨਾਂ ਦੀ ਕੀਰਤੀ ਸਰੀਰ ਵਿੱਚ ਜਿਹੜਾ ਮਾਨੋ ਕਿ ਇੱਕ ਖੇੜਾ ਪੈਦਾ ਕਰਦੀ ਹੈ। ਜੋ ਪਈ ਇਹ ਬਾਲਕ ਕੈਸੇ ਬਚ ਬੋਲੇ, ਬਾਲ ਬੈਸ ਹੈ ਬੋਲ ਅਮੋਲ ਹੈ। ਸਾਰੇ ਇਹੋ ਹੀ ਗੱਲ ਕਹਿੰਦੇ ਨੇ ਕਿ ਇਹ ਬਾਲਕ ਕਿੰਨੇ ਮਿੱਠੇ ਬੋਲ ਬੋਲਦਾ ਹੈ ਛੋਟਾ ਜਿਹਾ, ਪਰ ਇਹਦੇ ਜਿਹੜੇ ਬੋਲ ਬਚਨ ਨੇ ਨਾ, ਇਹਨਾਂ ਦੇ ਜੋ ਬਚਨ ਨੇ ਉਹ ਬੜੇ ਅਮੁੱਲ ਨੇ, ਇਹਨਾਂ ਦਾ ਕੋਈ ਮੁੱਲ ਨਹੀਂ ਹੈ, ਬਹੁਤ ਕੀਮਤੀ ਹਨ। ਚੰਦ ਬਦਨ ਤੇ ਸੁਦਾ ਸਮਾਨੀ, ਸ਼ਰਤ ਦਰ ਪਾਨਦ ਬੋਲਤ ਬਾਣੀ। ਚੰਦ ਰੂਪੀ ਮੁਖੜੇ ਤੋਂ ਜਿਹੜਾ ਹੈ ਮਾਨੋ ਕਿ ਅੰਮ੍ਰਿਤ ਦੀ ਧਾਰਾ ਵਹਿੰਦੀ ਹੈ, ਤੇ ਇਹਨਾਂ ਦੀ ਬੋਲੀ ਜਿਹੜਾ ਹੈ ਮਾਨੋ ਕਿ ਬੱਚਿਆਂ ਦੇ ਹੋਰਨਾਂ ਦੇ ਕੰਨਾਂ ਨੂੰ ਰਸ ਦਿੰਦੀ ਹੈ। ਲਗੀ ਸੁਨ ਕੀ ਪ੍ਰੀਤ ਕਨੇਰੀ, ਸੰਗ ਨ ਤਜੈ ਰਹੇ ਮੁਖ ਹੇਰੀ। ਜਿਹੜੇ ਬੱਚੇ ਨੇ ਉਹਨਾਂ ਨਾਲ ਬਹੁਤ ਪਿਆਰ ਹੈ, ਪ੍ਰੀਤ ਹੈ, ਤੇ ਕਦੀ ਵੀ ਉਹਨਾਂ ਦਾ ਸਾਥ ਨਹੀਂ ਛੱਡਦੇ, ਹਰ ਵੇਲੇ ਉਹਨਾਂ ਦੇ ਸੁੰਦਰ ਮੁਖੜੇ ਵੱਲ ਵੇਖਦੇ ਰਹਿੰਦੇ ਹਨ। ਸਦਨ ਆਏ ਜਬ ਦੀਨਾ ਨਾਥੂ, ਤਿਸ ਨਹਿ ਤਜੈ ਰਹੇ ਹਿਤ ਸਾਥੂ। ਗਰੀਬਾਂ ਦਾ ਮਾਲਕ ਜਦ ਘਰ ਆਉਂਦਾ ਹੈ, ਭਾਵ ਗੁਰੂ ਸਾਹਿਬ ਜੀ ਜਦ ਘਰ ਆਉਂਦੇ ਨੇ, ਤੇ ਜਿਹੜੇ ਬੱਚੇ ਨੇ ਸੰਗੀ ਨੇ ਉਹਨਾਂ ਦਾ ਸਾਥ ਨਹੀਂ ਛੱਡਦੇ, ਉਹਨਾਂ ਦੇ ਨਾਲ ਹੀ ਘਰ ਵਿੱਚ ਆ ਜਾਂਦੇ ਹਨ। ਬਾਹਰ ਚਲਤਿਓ ਸੰਗ ਸਿਧਾਰੈ, ਇਸ ਬਿਦ ਨਿਤ ਪ੍ਰਤ ਸੁਗਤ ਬਿਹਾਰੈ। ਜਦ ਬਾਹਰ ਜਾਂਦੇ ਨੇ ਮਾਲਕ ਨਾਲ ਜਿਹੜਾ ਹੈ ਬਾਲਾ ਪ੍ਰੀਤਮ ਦੇ ਉਹ ਵੀ ਜਾਂਦੇ ਨੇ। ਇਸ ਤਰ੍ਹਾਂ ਹਰ ਸਮੇਂ ਸੁੱਖ ਵਿੱਚ ਵਿਚਰਦੇ ਹਨ। ਸਵੱਛ ਬਚ ਛੇ ਮੋਚਿਤ ਬਾਲਾ, ਕਰੇ ਕਿਤੇ ਜੋ ਦੀਨ ਦਿਆਲਾ। ਪਵਿੱਤਰ ਮਨ ਵਾਲੇ, ਮੁਕਤੀ ਦੇਣ ਵਾਲੇ ਕਵੀ ਜੀ ਕਹਿੰਦੇ ਬਾਲਾ ਪ੍ਰੀਤਮ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀਨਾਂ ਤੇ ਦਇਆ ਕਰਨ ਵਾਲੇ। ਅਸਲ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਸਾਰਿਆਂ ਤੇ ਮਿਹਰ ਕਰ ਰਹੇ ਹਨ। ਹੋਇਰਾ ਲੀਲਾ ਬਾਲਕ ਖੇਲ ਕੀ, ਸਲੰਕਾਰ ਸਭ ਲਾਸ। ਜੋ ਸਿੱਖ ਤਾਰੀ ਧਿਆਨ ਕੋ, ਦੇ ਸਤਿਗੁਰ ਸੁਖ ਰਾਸ। ਬਾਲਕ ਖੇਲ ਲੀਲਾਵਾਂ ਜਿਹੜੀਆਂ ਨੇ ਨਾ, ਕਵੀ ਜੀ ਕਹਿੰਦੇ ਅਲੰਕਾਰਾਂ ਸਹਿਤ ਜਿਹੜਾ ਹੈ ਮੈਂ ਇਸ ਅਧਿਆਏ ਵਿੱਚ ਆਖੀਆਂ ਨੇ, ਤੇ ਜੋ ਸਿੱਖ ਇਸ ਬਾਰੇ ਧਿਆਨ ਕਰੇਗਾ, ਧਰੇਗਾ, ਗੁਰੂ ਸਾਹਿਬ ਜੀ ਫਿਰ ਉਹਨਾਂ ਨੂੰ ਸੁੱਖ ਦੇਣਗੇ, ਬਖਸ਼ਿਸ਼ ਕਰਨਗੇ।
ਰਹਿਮਤ ਭਰਿਆ ਹੱਥ ਰੱਖਣਗੇ। ਮਾਲਕ ਕਿਰਪਾ ਕਰਨ। ਸਤਿਗੁਰੂ ਜੀ ਹੁਣ ਆਰਬਲਾ ਜਿਹੜੀ ਹੈ ਹੌਲੀ ਹੌਲੀ ਵੱਧ ਰਹੀ ਹੈ ਤੇ ਬਾਬਾ ਮਹਿਤਾ ਕਾਲੂ ਜੀ ਕਿਵੇਂ ਹੁਣ ਗੋਪਾਲ ਪਾਂਧੇ ਕੋਲ ਕੱਲ ਦੇ ਦੀਵਾਨਾਂ ਵਿੱਚ ਗੁਰੂ ਸਾਹਿਬ ਜੀ ਨੂੰ ਲੈ ਕੇ ਜਾਣਗੇ। ਕਿਵੇਂ ਜਿਹੜਾ ਹੈ ਉੱਥੇ ਛੋਟੀ ਜੀ ਆਰਬਲਾ ਵਿੱਚ ਹੀ ਗੋਪਾਲ ਪਾਂਧੇ ਨੂੰ ਮਾਲਕ ਜੀ ਜਿਹੜਾ ਹੈ ਪੜ੍ਹਾ ਦੇਣਗੇ। ਇਸ ਪ੍ਰਕਾਰ ਕਿਹੋ ਜੀ ਸਿੱਖਿਆ ਗੁਰੂ ਸਾਹਿਬ ਜੀ ਗੋਪਾਲ ਪਾਂਧੇ ਨੂੰ, ਉਸ ਅਧਿਆਪਕ ਨੂੰ, ਉਸ ਟੀਚਰ ਨੂੰ ਦਿੰਦੇ ਨੇ, ਆਪਾਂ ਕੱਲ੍ਹ ਦੇ ਦੀਵਾਨਾਂ ਵਿੱਚ ਸਮਝਾਂਗੇ। ਮਾਲਕ ਰਹਿਮਤ ਕਰਨ। ਪਾਵਨ ਵਿਚਾਰ ਹਿਰਦੇ ਵਿੱਚ ਵਸੇ ਜੀ। 5 ਅਧਿਆਏ ਤਿੰਨਾਂ ਦੀ ਸਮਾਪਤੀ ਹੈ। ਕੱਲ੍ਹ 6ਵਾਂ ਅਧਿਆਏ ਆਰੰਭ ਹੈ, ਜਿਸ ਵਿੱਚ ਗੋਪਾਲ ਪਾਂਧੇ ਕੋਲ ਬਾਬਾ ਮਹਿਤਾ ਕਾਲੂ ਜੀ ਗੁਰੂ ਸਾਹਿਬ ਜੀ ਨੂੰ ਲੈ ਕੇ ਜਾਣਗੇ। ਉੱਥੇ ਫਿਰ ਕਿਹੋ ਜਿਹੀਆਂ ਗੱਲਾਂ ਬਾਤਾਂ ਹੋਣਗੀਆਂ, ਆਉਣ ਵਾਲੇ ਸਮੇਂ ਵਿੱਚ ਵਿਚਾਰ ਕਰਾਂਗੇ ਜੀ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੈ ਅਚੁੱਤ ਹੈ हे पूरन हे सर्ब मैं, हे संगी हे निरंकार, हे गोविंद हे गुण निधान, हे अपरंपर हर हरे, हे संतां के सदा संग, हे ठाकुर हों दासरो, नानक दीजै नाम दान, आए प्रभ शरणागति, एक अखर हर मन बसत, आए प्रभ शरणागति, एक अखर हर मन बसत। वाहिगुरु जी का खालसा, वाहिगुरु जी की फतेह।